Hello guys, today we will discuss next writing task, that is a memorization of information by frequent repetitions play a vital role in most education system. ਜਿਹੜੀ ਮੈਮੋਰਾਈਜੇਸ਼ਨ ਆ ਕੋਈ ਵੀ ਇਨਫੋਰਮੇਸ਼ਨ ਨੂੰ ਮਤਲਬ ਯਾਦ ਕਰਨ ਦੀ ਕਿਸੇ ਵੀ ਜਾਣਕਾਰੀ ਨੂੰ ਜਦੋਂ ਅਸੀਂ ਬਾਰ-ਬਾਰ ਉਸ ਚੀਜ਼ ਨੂੰ ਰਿਪੀਟ ਕਰਦੇ ਆ ਉਹ ਇੱਕ ਵਾਈਟਲ ਰੋਲ ਪਲੇ ਕਰਦੀ ਆ ਐਜੂਕੇਸ਼ਨ ਸਿਸਟਮ ਦੇ ਵਿੱਚ. Does usefulness of this method outweighs limitation? क्या ਇਹਦੇ ਮਤਲਬ ਕਿ ज़्यादा एडवांटेजेस है डिसएडवांटेजेस दे नालों. मेमोराइजेशन में बाय फ्रीक्वेंट रेपिटेशन मतलब रोट लर्निंग और क्रैमिंग. इन मैनी एजुकेशन सिस्टम्स जो मेमोराइजेशन है थ्रू फ्रीक्वेंट रेपिटेशन इज कंसिडर एन इंपोर्टेंट लर्निंग मैथड. ਜਿਹੜਾ ਬਹੁਤ ਸਾਰੇ ਐਜੂਕੇਸ਼ਨ ਸਿਸਟਮ ਦੇ ਵਿੱਚ ਕੀ ਆ ਜਿਹੜੀ ਮੈਮੋਰਾਈਜੇਸ਼ਨ ਆ ਥ्रू मतलब फ्रीक्वेंट रेपिटेशन ਦੇ ਦੁਆਰਾ इज कंसिडर एन इंपोर्टेंट लर्निंग मैथड. While this approach offers certain benefits, यही approach ਜਿਹੜੀ ਆ certain benefits ਨੂੰ certain benefit ਨੂੰ approach ਕਰਦੀ ਪਈ ਆ offers ਕਰਦੀ ਪਈ ਆ, I believe its limitations outweighs usefulness. ਮੈਨੂੰ ਲੱਗਦਾ ਹੈ ਕਿ ਇਹਦੇ disadvantages ਜ਼ਿਆਦਾ ਆ ਇਹਦੀਆਂ advantages ਦੇ ਨਾਲੋਂ. Repetitions ਦੇ benefit ਕੀ ਆ? It can be highly effective for remembering basic information. ਜਿੱਦਾਂ मैं कहा कि ये बेसिक इन्फॉर्मेशन जी उन्होंने रिमेंबर करने के लिए इफेक्टिव हो सकता है. जिदा यंग स्टूडेंट फॉर एग्जाम्पल ऑफन लर्न अल्फाबेट्स मल्टीप्लिकेशन टेबल्स वोकैबलरीज एंड साइंटिफिक फार्मूलाज होंगे. बाय रिपीटिंग दैम सेवरल टाइम दिस मैथड हेल्प्स लर्नर स्टोर इन्फॉर्मेशन इन देयर लॉन्ग टर्म मैमरी एंड परफॉर्म बैटर इन एग्जाम. ओके जिदा हुण असीं छोटे बच्चे नूं अल्फाबेट याद करवाने असीं बार बार रिपीट करवा के करवाने राइट. ਤਾਂ ਉਸ ਟਾਈਮ ਦੇ ਵਿੱਚ ਮਲਟੀਪਲੀਕੇਸ਼ਨ ਟੇਬਲ ਜਿਹੜੇ ਹੁੰਦੇ ਆ ਜਾਂ ਸਾਇੰਟੀਫਿਕਲੀ ਫਾਰਮੂਲਾਜ਼ ਜਿਹੜੇ ਹੁੰਦੇ ਆ ਉਹਨਾਂ ਦਾ ਕੋਈ ਉਹਨਾਂ ਦਾ ਕੰਟੈਂਟ ਨਹੀਂ ਹੁੰਦਾ, ਸਾਨੂੰ ਉਹਨਾਂ ਨੂੰ ਰੈਪੀਟੀਸ਼ਨ ਦੇ ਨਾਲ ਯਾਦ ਹੀ ਕਰਨਾ ਪੈਂਦਾ ਆ. ਤਾਂ ਉਸ ਦੇ ਲਈ ਇਹ ਚੀਜ਼ ਜਿਹੜੀ ਹੈਗੀ ਆ ਬਹੁਤ ਜ਼ਿਆਦਾ ਬੈਟਰ ਹੈਗੀ ਆ. ਮੈਮੋਰਾਈਜੇਸ਼ਨ ਇਜ਼ ਪਾਰਟਿਕੂਲਰਲੀ ਜਿਹੜੀ ਮੈਮੋਰਾਈਜੇਸ਼ਨ ਆ ਮੀਨਸ ਕ੍ਰੈਮਿੰਗ ਆ ਉਹ ਪਾਰਟਿਕੂਲਰਲੀ ਯੂਜ਼ਫੁਲ ਹੁੰਦੀ ਆ ਸਬਜੈਕਟਸ ਦੇ ਵਿੱਚ ਜਿਹੜੇ ਰਿਕੁਆਇਰਡ ਕਰਦੇ ਆ ਫੈਕਚੁਅਲ ਨੌਲੇਜ ਹੁੰਦੇ ਜਿੱਦਾਂ ਹਿਸਟਰੀ ਦੇ ਵਿੱਚ ਆ. ਠੀਕ ਆ, ਹਿਸਟਰੀ ਦੇ ਵਿੱਚ ਸਾਨੂੰ ਈਅਰ ਯਾਦ ਕਰਨੇ ਹੀ ਪੈਣੇ ਆ, ਉਹਨਾਂ ਦਾ ਕੋਈ ਕੰਟੈਂਟ ਨਹੀਂ ਆ. ਸਾਨੂੰ ਹਿਸਟਰੀ ਦੇ ਵਿੱਚ ਜਿਹੜੇ ਰਾਜੇ ਮਹਾਰਾਜੇ ਹੋਏ ਹੈਗੇ ਆ ਉਹਨਾਂ ਦੇ ਨਾਮ ਸਾਨੂੰ ਯਾਦ ਕਰਨੇ ਹੀ ਪੈਣੇ ਆ, ਉਹਦਾ ਕੋਈ ਕੰਟੈਂਟ ਥੋੜੀ ਹੁੰਦਾ ਆ ਕਿ ਅਸੀਂ ਉਹਨੂੰ ਮਤਲਬ ਕਿ ਸਮਝ ਕੇ ਕਰੀਏ. ਹਾਂ ਉਹਦੇ ਬਾਰੇ ਜੋ ਇਨਫੋਰਮੇਸ਼ਨ ਦਿੱਤੀ ਆ ਉਹ ਅਸੀਂ ਸਮਝ ਸਕਦੇ ਆ, ਲੇਕਿਨ ਜਿਹੜੇ ਈਅਰ ਹੁੰਦੇ ਆ ਜਿਹੜੇ ਉਹਨਾਂ ਦੇ ਨੇਮ ਹੁੰਦੇ ਆ ਉਹਨਾਂ ਦੀ ਕਿਹੜੀਆਂ ਲੜਾਈਆਂ ਹੋਈਆਂ ਆ ਕਿਹਦੇ ਨਾਲ ਹੋਈਆਂ ਆ ਉਹ ਸਾਰੀਆਂ ਚੀਜ਼ਾਂ ਸਾਨੂੰ ਕ੍ਰਾਮ ਹੀ ਕਰਨੀਆਂ ਪੈਂਦੀਆਂ ਆ. ਤੇ ਲੈਂਗੁਏਜ ਲਰਨਿੰਗ ਜਦੋਂ ਅਸੀਂ ਕੋਈ ਵੀ ਨਵੀਂ ਲੈਂਗੁਏਜ ਲਰਨ ਕਰਨੀ ਆ ਤਾਂ ਸਭ ਤੋਂ ਪਹਿਲਾਂ ਸਾਨੂੰ ਥੋੜੀ ਜਿਹੀ ਰੋਟ ਲਰਨਿੰਗ ਕਰਨੀ ਹੀ ਪੈਂਦੀ ਆ. ਵਿਦਆਊਟ ਰੈਪੀਟੀਸ਼ਨ ਸਟੂਡੈਂਟਸ ਮੇ ਸਟਰਗਲ ਟੂ ਰਿਕਾਲ ਐਸੈਂਸ਼ੀਅਲ ਇਨਫੋਰਮੇਸ਼ਨ ਡਿਊਰਿੰਗ ਟੈਸਟ ਐਂਡ ਕਲਾਸਰੂਮ ਐਕਟੀਵਿਟੀਜ਼. ਜੇ ਅਸੀਂ ਕਹੀਏ ਕਿ ਉਹ ਰੈਪੀਟੀਸ਼ਨ ਮਤਲਬ ਕ੍ਰੈਮਿੰਗ ਨਾ ਕਰਨ ਉਹਨੂੰ ਯਾਦ ਨਾ ਕਰਨ ਤਾਂ ਜਿਹੜੇ ਬੱਚੇ ਆ ਉਹ ਸਟਰਗਲ ਫੇਸ ਕਰ ਸਕਦੇ ਆ ਕਿ ਉਹਨਾਂ ਨੂੰ ਉਹ ਜਿਹੜੀ ਐਸੈਂਸ਼ੀਅਲ ਇਨਫੋਰਮੇਸ਼ਨ ਆ ਉਹ ਯਾਦ ਕਰਨ ਦੇ ਵਿੱਚ ਜਦੋਂ ਟੈਸਟ ਦੇ ਵਿੱਚ ਜਾਂ ਫਿਰ ਕਲਾਸਰੂਮ ਜਿਹੜੀ ਐਕਟੀਵਿਟੀਜ਼ ਹੁੰਦੀਆਂ ਉਹਦੇ ਲਈ. ਹੁਣ ਇਹਦੇ ਡਿਸਐਡਵਾਂਟੇਜ ਕੀ ਆ? Relying too heavily on memorization can negatively affect students' intellectual development. ਜਦੋਂ ਅਸੀਂ ਜ਼ਿਆਦਾਤਰ ਡਿਪੈਂਡ ਹੋ ਜਾਂਦੇ ਆ ਕ੍ਰੈਮਿੰਗ ਦੇ ਉੱਤੇ ਉਹ ਨੈਗੇਟਿਵਲੀ ਇਫੈਕਟ ਕਰਦੀ ਆ ਕਾਹਦੇ ਤੇ? ਸਟੂਡੈਂਟਸ ਦੇ ਇੰਟੈਲੈਕਚੁਅਲ ਡਿਵੈਲਪਮੈਂਟ ਦੇ ਉੱਤੇ. ਮੈਨੀ ਲਰਨਰਸ ਸਿੰਪਲ ਰਿਮੈਂਬਰ ਆਨਸਰਸ ਵਿਦਆਊਟ ਅੰਡਰਸਟੈਂਡਿੰਗ ਦਾ ਐਕਚੁਅਲ ਮੀਨਿੰਗ ਔਰ ਕਨਸੈਪਟ. ਜਿਹੜੇ ਬਹੁਤ ਸਾਰੇ ਲਰਨਰਸ ਹੁੰਦੇ ਹੈਗੇ ਬਹੁਤ ਸਾਰੇ ਬੱਚੇ ਹੁੰਦੇ ਆ ਕੀ ਕਰਦੇ ਸਿੰਪਲ ਰਿਮੈਂਬਰ ਕਰ ਲੈਂਦੇ ਆ आंसर करते हैं विदाउट अंडरस्टैंडिंग द एक्चुअल मीनिंग और कॉन्सेप्ट बिहाइंड दैम. एज अ रिजल्ट दे मे फेल टू अप्लाई देयर नॉलेज इन अ प्रैक्टिकल सिचुएशन. तो वो फेल हो जाते हैं अपनी नॉलेज ਨੂੰ प्रैक्टिकल ਦੇ ਵਿੱਚ ਉਹਨੂੰ ਕਰਨ ਦੇ ਲਈ. ਇਟਸ ਅ ਗੁੱਡ ਫॉर ਥਿਓਰੈਟੀਕਲ ਨੌਲੇਜ ਦੇ ਲਈ ਬਹੁਤ ਬੈਟਰ ਹੈ, ਲੇਕਿਨ ਜਦੋਂ ਅਸੀਂ ਕ੍ਰੈਮਿੰਗ ਜਿਹੜੀ ਆ ਰੋਟ ਲਰਨਿੰਗ ਹੈ ਜਦੋਂ ਅਸੀਂ ਇਹਨੂੰ ਉਹਦੇ ਵਿੱਚ ਕਰਦੇ ਆ ਲਾਈਕ ਪ੍ਰੈਕਟੀਕਲ ਇਨਫੋਰਮੇਸ਼ਨ ਦੇ ਵਿੱਚ ਉਹਨੂੰ ਕਰਦੇ ਆ ਦੈਨ ਇਟਸ ਨਾਟ ਪੋਸੀਬਲ. उसके बाद repetitive learning can make lessons boring. ਜਿੱਦਾਂ ਹੁਣ ਬਾਰ-ਬਾਰ ਕਿਸੇ ਚੀਜ਼ ਨੂੰ ਯਾਦ ਕਰੀ ਜਾਣਾ ਉਹ ਚੀਜ਼ਾਂ ਜਿਹੜੀਆਂ ਬੋਰਿੰਗ ਹੋ ਜਾਂਦੀਆਂ ਆ. ਐਂਡ reduce students interest in education. ਤੇ ਉਹਨਾਂ ਦਾ ਕੀ ਹੈ reduce ਮਤਲਬ ਘਟਾ ਦਿੰਦੀਆਂ ਬੱਚਿਆਂ ਦਾ ਜਿਹੜਾ ਇੰਟਰਸਟ ਹੁੰਦਾ ਐਜੂਕੇਸ਼ਨ ਦੇ ਲਈ. ਜਿੱਦਾਂ ਮੋਡਰਨ ਵਰਕ ਪਲੇਸਿਸ ਯੂਜ਼ਲੀ ਵੈਲਿਊ ਕ੍ਰੀਏਟੀਵਿਟੀ ਪ੍ਰੋਬਲਮ ਸੋਲਵਿੰਗ. ਜਿੱਦਾਂ ਹੁਣ ਅੱਜ ਕੱਲ੍ਹ ਜੇ ਬੱਚੇ ਨੇ ਕਿਸੇ ਨੇ ਮਤਲਬ ਕਿ ਆਫਟਰ ਗ੍ਰੈਜੂਏਸ਼ਨ ਹੀ ਵਾਂਟ ਟੂ applied job in MNC company, then nowadays that is workplaces, modern workplaces usually those kind of appoint who have a creativity problem solving skill and critical thinking rather than the ability of memorize real facts. ठीक है,
ਤਾਂ ਇਹਦੇ ਲਈ ਕੀ ਹੈ, ਸਾਨੂੰ ਅਗਰ ਆਪਾਂ ਬੱਚਿਆਂ ਦਾ ਫਿਊਚਰ ਨੂੰ ਬ੍ਰਾਈਟਨ ਅਪ ਕਰਨਾ ਆ ਤੇ ਉਹਦੇ ਲਈ ਸਾਨੂੰ ਇਹ ਚੀਜ਼ ਕਰਨੀ ਪਏਗੀ। ਦੇਅਰਫੋਰ ਐਨ ਐਜੂਕੇਸ਼ਨ ਸਿਸਟਮ ਬੇਸਡ ਮੇਨਲੀ ਔਨ ਰੈਪੀਟੀਸ਼ਨ, ਰਿਜ਼ਲਟ ਦੇ ਤੌਰ ਤੇ ਐਜੂਕੇਸ਼ਨ ਸਿਸਟਮ ਜਿਹੜਾ ਆ ਉਹ ਬੇਸਡ ਹੁੰਦਾ ਆ ਕਾਹਦੇ ਤੇ, ਰੈਪੀਟੀਸ਼ਨ ਤੇ, ਜਿਹੜਾ ਕਿ ਮੇ ਨਾਟ ਪ੍ਰਪੇਅਰ ਸਟੂਡੈਂਟਸ ਇਫੈਕਟਿਵਲੀ, ਜਿਹੜਾ ਕਿ ਬੱਚਿਆਂ ਨੂੰ ਇਫੈਕਟਿਵਲੀ ਨਹੀਂ ਬਣਾਉਂਦਾ ਹੈਗਾ ਤੇ ਉਹਨਾਂ ਦੇ ਲਾਈਫ ਚੈਲੰਜਸ ਨੂੰ ਫੇਸ ਨਹੀਂ ਕਰ ਪਾਉਂਦੇ। ਜੇ ਉਹਨਾਂ ਨੇ ਫੋਰ ਐਗਜ਼ਾਮਪਲ ਅੱਗੇ ਮੈਥਮੈਟੀਕਲ ਨੌਲੇਜ ਲੈ ਲਈ ਕਿਸੇ ਵੀ ਚੀਜ਼ ਨੂੰ ਲੈ ਕੇ, ਫੋਰ ਐਗਜ਼ਾਮਪਲ ਆਈ ਐਮ ਅ ਇੰਜੀਨੀਅਰਿੰਗ ਸਟੂਡੈਂਟ, ਤਾਂ ਮੈਂ ਉਹਨੂੰ ਪ੍ਰੈਕਟੀਕਲ ਨੌਲੇਜ ਨਹੀਂ ਲਈ, ਮੈਂ ਉਹਨੂੰ ਯਾਦ ਕਰੀ ਗਈ ਸਾਰੀਆਂ ਚੀਜ਼ਾਂ, ਆਈ ਡੋਂਟ ਨੋ, ਮੁਝੇ ਨਹੀਂ ਪਤਾ ਕਿ ਜਿਹੜਾ ਉਹਦਾ ਰੈਜ਼ਿਸਟੈਂਸ ਹੈ ਉਹ ਕਿੱਥੇ ਲੱਗਣਾ, ਡਾਇਓਡ ਕਿੱਥੇ ਲੱਗਣਾ, ਮੈਨੂੰ ਨਹੀਂ ਪਤਾ, ਕਿਉਂਕਿ ਮੈਂ ਸਿਰਫ ਪ੍ਰੈਕਟੀਕਲ ਨੌਲੇਜ ਕੀਤੀ ਆ, ਉਹ ਵੀ ਮੈਂ ਕ੍ਰੈਮਿੰਗ ਕਰਕੇ ਯਾਦ ਕੀਤੀਆਂ ਚੀਜ਼ਾਂ, ਤੇ ਮੈਂ ਐਗਜ਼ਾਮ ਤਾਂ ਪਾਸ ਕਰ ਲਾਂਗੀ, ਬਟ ਜਦੋਂ ਮੈਨੂੰ ਇਹ ਚੀਜ਼ ਪ੍ਰੈਕਟੀਕਲ ਪਰਫਾਰਮ ਕਰਨੀ ਪਊਗੀ ਦੈਨ ਆਈ ਫੇਸ ਡਿਫਿਕਲਟੀ। ਠੀਕ ਹੈ, ਸੋ ਇਸ ਲਈ ਮੈਨੂੰ ਲੱਗਦਾ ਆ ਜਿਹੜੇ ਇਹਦੇ ਡਿਸਐਡਵਾਂਟੇਜਸ ਹੈਗੀਆਂ ਉਹ ਜ਼ਿਆਦਾ ਹੈਗੀਆਂ ਐਡਵਾਂਟੇਜਸ ਦੇ ਨਾਲੋਂ। ਥੈਂਕ ਯੂ।